मैं करके कह रहा भी बैठो आओ चलीए ਅਸੀਂ ਚੱਲਦੇ ਵਿਜੀਲੈਂਸ ਦਫ਼ਤਰ। ਉਹ ਕਹਿੰਦੇ ਨਾ ਗੱਡੀ 'ਚ ਨਹੀਂ ਅਸੀਂ ਚੱਕ ਕੇ ਲੈ ਕੇ ਜਾਵਾਂਗੇ। ਭਗਵੰਤ ਮਾਨ ਹੁਣਾਂ ਦਾ ਅੱਜ ਬਿਆਨ ਆਇਆ, ਉਹ ਕਹਿੰਦੇ ਕਿ ਕੱਲ ਚੰਡੀਗੜ੍ਹ ਆ ਕੇ ਕਹਿ ਰਹੇ ਸੀਗੇ ਕਿ ਫੜ ਲਓ ਕਹਿੰਦੇ ਹੁਣ ਫੜ ਲਿਆ ਜਦੋਂ ਤਾਂ ਫਿਰ ਹੁਣ ਕਹਿੰਦੇ ਕਿ ਰੌਲਾ ਪਈ ਜਾ। ਤੁਸੀਂ ਤਾਂ ਮੁੱਖ ਮੰਤਰੀ ਹੋ, ਤੁਸੀਂ ਤਾਂ ਰਾਜੇ ਹੋ, ਮਹਾਰਾਜੇ ਹੋ, ਜਿਹਨੂੰ ਮਰਜ਼ੀ ਚੱਕ ਸਕਦੇ ਹੋ। ਤੁਹਾਡੇ ਮੂਹਰੇ ਕੀ ਤੁਹਾਨੂੰ ਅਸੀਂ ਕੀ ਕਹਿ ਸਕਦੇ ਹਾਂ? ਤੁਹਾਨੂੰ ਤਾਂ ਲੋਕਾਂ ਨੇ ਉਸ ਕੁਰਸੀ ਤੇ ਬਿਠਾਇਆ, ਚੱਕੋ। ਬਹੁਤ ਵਧੀਆ ਕੰਮ ਕਰ ਰਹੇ ਹੋ, ਘਰਾਂ 'ਚੋਂ ਚੱਕੋ ਲੋਕਾਂ ਨੂੰ। ਮੈਂ ਕਹਿੰਦਾ ਫਾਈਲਾਂ ਫਰੋਲੋ, ਫੜੋ, ਕੇਸ ਲੜੋ, ਕੋਰਟ 'ਚ ਸਾਬਤ ਕਰੋ, ਜੇਲ੍ਹਾਂ 'ਚ ਸੱਟੋ ਕਾਂਗਰਸ ਦੇ ਮੰਤਰੀ MLA ਜਿਹਨੇ ਵੀ ਕੀਤਾ ਹੈ। ਅਸੀਂ ਤਾਂ ਕੱਟਰ ਇਮਾਨਦਾਰ ਹੈ, ਸਿਸੋਦੀਆ ਦਾ ਵੀ ਜ਼ਿਕਰ ਕੀਤਾ, ਕਹਿੰਦੇ ਸਾਰੇ ਕੱਟਰ ਇਮਾਨਦਾਰ ਹੈ, ਪਰ ਜਿਹੜੇ ਭ੍ਰਸ਼ਟ ਸੀ ਉਹਨਾਂ ਤੇ ਕਾਰਵਾਈ ਉਹ ਤਾਂ ਪਤਾ ਹੀ ਲੱਗ ਗਿਆ ਜਿਹੜਾ ਨੰਗਾ ਹੋਏ ਆ। ਜਿੱਦਣ ਉਹ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਫਿਰ ਤੁਹਾਨੂੰ ਵੀ ਚੱਕਣ ਲੱਗੇ ਮਿੰਟ ਨਹੀਂ ਲੱਗਣਾ, ਜਿਹਨੇ ਪਿਓਾਂ ਨੇ ਚੱਕ ਲੈਣਾ ਫਿਰ। ਕਿਉਂਕਿ ਸਿਸੋਦੀਆ ਜੀ ਇਸ ਤਰੀਕੇ ਨਾਲ ਨੰਗੇ ਹੋਏ ਨੇ, ਦਿੱਲੀ ਕੱਪੜੇ ਉਤਰੇ ਆ, ਅਮਿਤ ਸ਼ਾਹ ਜੀ ਨੇ, ED ਨੇ, CBI ਨੇ ਲਾਏ ਨੇ, ਉਹ ਹੋਰ ਤਾਂ ਕਿਤੇ ਜ਼ੋਰ ਚੱਲਦਾ ਨਹੀਂ। ਹੁਣ ਹਿਮਾਚਲ ਲੈ ਕਹਿੰਦੇ ਕਿ ਪਹਿਲਾਂ ਧਰਮਸੋਤ ਦੇ ਉੱਪਰ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਗਿਲਜੀਆਂ ਹੁਣਾਂ ਨੂੰ ਲੈ ਕੇ ਐਕਸ਼ਨ ਹੋਇਆ, ਫਿਰ ਉਸ ਤੋਂ ਬਾਅਦ ਉਹਨਾਂ ਦਾ ਭਤੀਜਾ ਜਿਹੜਾ ਅੰਦਰ ਹੈ। ਸਭ ਤੋਂ ਪਹਿਲੀ ਕਾਰਵਾਈ ਉਹ ਸਟੰਟ ਸੀ। ਮੈਂ ਜਿਵੇਂ ਦੱਸਿਆ ਹਿਮਾਚਲ ਇਲੈਕਸ਼ਨ ਦਾ ਸਟੰਟ ਆ, ਇਹ ਸਟੰਟ ਸੰਗਰੂਰ ਇਲੈਕਸ਼ਨ ਦਾ ਸੀਗਾ। दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन। ਭਾਰਤ ਭੂਸ਼ਣ ਆਸ਼ੂ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ, ਕੋਰਟ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਔਰ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਮੌਜੂਦ ਨੇ। ਕੱਲ ਵੀ ਇੱਕ ਵੀਡੀਓ ਜਿਹੜਾ ਵਾਇਰਲ ਹੋਇਆ ਸੀ, ਬਿੱਟੂ ਸਾਹਿਬ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਕੱਲ ਪਹੁੰਚੇ ਵੀ ਵਿਜੀਲੈਂਸ ਭਵਨ ਵੀ, ਔਰ ਉਸ ਤੋਂ ਬਾਅਦ ਫਿਰ ਗ੍ਰਿਫਤਾਰੀ ਹੁੰਦੀ ਹੈ ਸੈਲੂਨ ਦੇ ਵਿੱਚੋਂ ਭਾਰਤ ਭੂਸ਼ਣ ਆਸ਼ੂ ਹੁਣਾਂ ਦੀ। ਪਤਾ ਨਹੀਂ ਕਿੰਨੀਆਂ ਤੁਸੀਂ ਕਵਰੇਜਾਂ ਕਰਦੇ ਰਹਿੰਦੇ ਹੋ, ਕਰੀਆਂ ਏ। ਗੱਲ ਕੀ ਸੀ, ਆਸ਼ੂ ਜੀ ਤੇ ਸਾਨੂੰ ਤੁਹਾਡੇ ਰਾਹੀਂ ਪਤਾ ਲੱਗ ਗਿਆ ਸੀ ਵੀ ਉਹਨਾਂ ਤੇ 16 ਤਰੀਕ ਨੂੰ ਜਾਂ 18 ਨੂੰ ਇਹਨਾਂ ਨੇ FIR ਦਰਜ ਨਾਮਜ਼ਦ ਉਹਨਾਂ ਨੂੰ ਕਰਤਾ ਹੈ। ਤੇ ਭਾਰਤ ਭੂਸ਼ਣ ਆਸ਼ੂ ਜੀ ਦਾ ਇਹ ਕਹਿਣਾ ਸੀ ਵੀ ਮੈਂ ਭੱਜਣਾ ਨਹੀਂ, ਮੈਂ ਕਿਤੇ ਲੁੱਕ ਆਊਟ ਨੋਟਿਸ ਜਾਰੀ ਨਹੀਂ ਕਰਾਉਣਾ, 에ਅਰਪੋਰਟਾਂ ਤੇ ਮੈਨੂੰ ਪੁਲਿਸ ਲੱਭਦੀ ਫਿਰੇ, ਮੈਂ ਪੁਲਿਸ ਦੇ ਮੈਨੂੰ ਜਿੱਥੇ ਵੀ ਪਾਰਟੀ ਤੁਸੀਂ ਸਮਝਦੇ ਹੋ, ਕਿਉਂਕਿ ਇਹ ਗੱਲਾਂ ਪਾਰਟੀ ਦੀਆਂ ਹੁੰਦੀਆਂ, ਨਿੱਜੀ ਤਾਂ ਉਹਨਾਂ ਦੀ ਹੈ ਨਹੀਂ ਗੀ। ਮਿਨਿਸਟਰ ਸੀਗੇ ਤੇ ਜੇ ਪਾਰਟੀ ਦੇ ਕਰਕੇ ਸੀਗੇ, ਉਹ ਪਾਰਟੀ ਸੱਤਾ 'ਚ, ਤੇ ਜੋ ਵੀ ਅੱਜ ਉਹਨਾਂ ਤੇ ਜੇ ਕੁਝ ਹੋ ਰਿਹਾ ਤੇ ਉਹ ਕਾਂਗਰਸ ਪਾਰਟੀ ਕਰਕੇ ਹੋ ਰਿਹਾ, ਨਿੱਜੀ ਤਾਂ ਨਹੀਂ ਹੋ ਰਿਹਾ। ਤੇ ਉਹ ਕਹਿੰਦੇ ਮੈਨੂੰ ਭਾਈ, ਤੇ PCC ਨੇ ਫੈਸਲਾ ਕੀਤਾ, ਬਾਜਵਾ ਸਾਹਿਬ ਨੇ ਫੈਸਲਾ ਕੀਤਾ, CLP ਵੀ ਸਾਰੇ ਇਕੱਠੇ ਹੋ ਕੇ ਭਾਈ 11 ਵਜੇ ਅਸੀਂ ਵਿਜੀਲੈਂਸ ਦਫ਼ਤਰ ਤੁਹਾਨੂੰ, ਇਹ DGP ਸਾਹਿਬ ਵਿਜੀਲੈਂਸ ਦਾ ਜਿਹੜਾ ਹੈੱਡਕੁਆਟਰ ਦਾ ਆਫਿਸ ਆ, ਉੱਥੇ ਤੁਹਾਨੂੰ ਪੇਸ਼ ਕਰਾਇਆ ਕਿ ਵੀ ਆਪਾਂ ਇਹ ਗੱਲ। ਉਹ ਕਹਿੰਦੇ ਬਿਲਕੁਲ ਵੀ ਮੈਂ ਇਹ ਨਹੀਂ ਦਿਖਾਉਣਾ ਚਾਹੁੰਦਾ ਵੀ ਸਾਧੂ ਸਿੰਘ ਮੈਂ 3 ਵਜੇ ਚੱਕ ਲਿਆ ਜੀ, 2 ਵਜੇ ਚੱਕ ਲਿਆ, ਮੈਂ ਤਾਂ ਆਪ ਜਾਣਾ। ਚਲੋ ਉਹ ਕਹਿੰਦੇ ਨਹੀਂ ਜੀ, ਸਡਨਲੀ ਪਹਿਲਾਂ 2-3 SSP ਸਾਹਿਬਾਨ ਸੀਗੇ ਉੱਥੇ, ਤੁਸੀਂ ਵੀ ਉੱਥੇ ਸੀ, ਜਿਹੜੇ ਕਹਿੰਦੇ ਆਓ ਜੀ ਇਹ ਗੱਲ ਹੋ ਗਈ ਤੇ ਤੁਸੀਂ ਗੱਡੀਆਂ ਲੈ ਆਓ, ਜਿਹੜੇ ਇਲੈਕਟਿਡ MLA ਅਤੇ ਕੰਟੈਸਟਡ ਜਿਹੜੇ ਸਾਡੇ ਕੈਂਡੀਡੇਟ ਸੀਗੇ 117, ਤੇ ਬਾਕੀ ਵੀ ਅਸੀਂ ਕਿਹਾ ਜੇ ਅੱਗੇ 5 ਜਣਿਆਂ ਨੂੰ ਜਾਣ ਦੇਣਾ ਜਾਂ ਜਿਹਨੂੰ ਜਾਣ ਦੇਣਾ ਤੁਹਾਡੀ ਮਰ। ਪਰ ਅਖੀਰ ਉਹ ਬੈਰੀਗੇਟ ਲੱਗ ਗਏ ਤੇ ਉਹ ਕਹਿੰਦੇ ਗੱਲ ਹੀ ਨਹੀਂ ਹੋਈ, ਅੱਗੇ ਵੀ ਪਤਾ ਨਹੀਂ ਕੀ ਹੋ ਗਿਆ। ਅਸੀਂ ਕਿਹਾ ਜੀ ਅਸੀਂ ਲੁਧਿਆਣੇ ਨੂੰ ਚੱਲੇ ਆ, ਵੀ ਜੇ ਦੱਸ ਦਿਓ। ਅਸੀਂ ਲੀਗਲ ਟੀਮ ਨੂੰ ਵੀ ਕਹਿਤਾ ਵੀ ਭਾਈ ਤੂੰ ਮੈਮੋਰੈਂਡਮ ਦੇ ਆ, ਜੇ ਅਸੀਂ SSP ਦਫ਼ਤਰ ਲੁਧਿਆਣੇ ਜਾ ਕੇ ਸਰੈਂਡਰ ਕਰ ਦਿੰਦੇ ਹਾਂ। ਅਸੀਂ ਸਾਰੇ ਹਜੇ ਵਰਕਰਸ ਜਿੰਨੇ ਵੀ ਸਾਡੇ ਲੁਧਿਆਣੇ ਦੇ ਸੀਗੇ, ਅਸੀਂ ਨਾਲ ਇੱਧਰ ਨੂੰ ਆ ਗਏ ਸਾਰੇ। ਅਸੀਂ ਉਹਨਾਂ ਦੀ ਕੋਠੀ ਆਸ਼ੂ ਜੀ ਨੂੰ ਛੱਡਿਆ, ਉਹਨਾਂ ਦੀ ਬੇਟੀ ਘਰੇ ਸੀ, ਉਹਨਾਂ ਦੀ ਵਾਈਫ, ਹੋਰ 3 ਜਾਣੇ, ਚੌਥਾ ਬੰਦਾ ਨਹੀਂ ਸੀ। ਉਦੋਂ ਬਾਅਦ ਅਸੀਂ ਛੱਡ ਕੇ, ਉਹ ਕਹਿੰਦੇ ਵੀ ਦੇਖੋ FIR ਤਾਂ ਹੋਈ ਆ, ਅੱਜ ਨਹੀਂ ਕੱਲ ਲੈ ਕੇ ਜਾਣਗੇ ਮੈਨੂੰ, ਉਹ 'ਚ ਕੋਈ ਨਹੀਂ, ਮੈਂ ਜਾ ਕੇ ਸਲੂਨ ਆਪਣੇ ਵਾਲ ਵੂਲ ਕਟਾ ਲਾਂ, ਵਧੇ ਹੋਏ ਆ। ਉਸ ਨਿਕਲ ਕੇ ਅਸੀਂ ਆਪਣੇ ਘਰ ਨੂੰ ਆ ਗਏ, ਉਹ ਆਪਣੇ ਵਾਲ ਕਟਾਉਣ ਲੱਗ ਗਏ। ਉੱਥੋਂ ਸਡਨਲੀ ਕੀ ਹੋਇਆ, ਕਿਉਂਕਿ ਨਾ ਤਾਂ ਕੋਈ ਵਰਦੀ ਸੀ, ਨਾ ਕੋਈ ਗੱਡੀਆਂ ਦਾ ਪਤਾ ਸੀ, ਪਰਨੇ ਬੰਨੇ ਹੋਏ ਸੀ, ਤੁਸੀਂ ਦੇਖੇ ਹੀ ਆ ਸਾਰੇ। ਮੈਂ ਜਿਹੜਾ ਜਿੱਦ ਰਿਹਾ ਬਹਿਸ ਰਿਹਾ ਹੈ, ਉਹ ਟੈਲੀਫੋਨ ਆ ਗਿਆ ਸਾਨੂੰ ਵੀ ਆਸ਼ੂ ਜੀ ਨੂੰ ਕੋਈ ਚੱਕਣ ਆ ਗਿਆ। ਕਿਉਂਕਿ ਆਸ਼ੂ ਜੀ ਨੇ ਪੁੱਛਿਆ, ਬੈਠੇ ਜਦੋਂ ਜਿਹੜੇ ਲੋਕ ਸੀ ਸਾਰੇ ਹੀ ਜਾਣਦੇ ਹੁੰਦੇ, ਲੋਕਲ ਉਹਨਾਂ ਦਾ ਇਲਾਕਾ ਹੈ, ਉਹ ਆਸ਼ੂ ਜੀ ਉਹਨਾਂ ਨੂੰ ਪੁੱਛ ਰਿਹਾ ਵੀ ਦੱਸੋ ਆਈ ਕਾਰਡ ਦਿਖਾ ਦਿਓ ਜੀ, ਵਿਜੀਲੈਂਸ ਵਾਲੇ ਹੋ, ਕੌਣ ਹੋ, ਵੀ ਲੈ ਜਾਓ। ਉਹ ਕਹਿੰਦੇ ਜੀ ਅਸੀਂ ਨਹੀਂ ਦਿਖਾਉਣੇ ਆਈ ਕਾਰਡ। ਉਹ ਬੰਦੇ ਨੇ ਸਾਨੂੰ ਫੋਨ, ਇਹਨਾਂ ਦੇ ਭਰਾ ਨੇ ਨਰਿੰਦਰ ਕਾਲਾ ਜੀ, ਆ ਕਾਉਂਸਲਰ ਨੇ ਇੱਥੇ, ਅਸੀਂ ਗੱਡੀਆਂ ਮੋੜ ਕੇ ਉਹਨਾਂ ਨੇ ਸਾਨੂੰ ਦੱਸਤਾ, ਅਸੀਂ ਉੱਥੇ ਪਹੁੰਚ ਗਏ ਆ। ਉਹ ਦੇਖ ਕੇ ਸਾਨੂੰ ਮਤਲਬ ਪਸੀਨੇ ਹੀ ਹੋ ਗਏ, ਜਿਵੇਂ ਅਸੀਂ ਵੀ ਕਿਹਾ ਵੀ ਇਹ ਬੰਦੇ ਕੌਣ ਨੇ। ਇਹ ਲਾਈਵ ਤਾਂ ਬਾਅਦ 'ਚ ਅਸੀਂ ਅੱਧਾ ਘੰਟਾ ਸ਼ੁਰੂ ਹੋਇਆ, ਉਦੋਂ ਪਹਿਲਾਂ ਅਸੀਂ ਕਿਹਾ ਜਨਾਬ ਆਈ ਕਾਰਡ ਦਿਖਾ ਦਿਓ, ਜੇ ਤੁਸੀਂ ਵਿਜੀਲੈਂਸ ਵਾਲੇ ਹੋ, ਅਸੀਂ ਤਾਂ ਆਪ ਜਾ ਕੇ ਆਏ ਆ ਤੁਹਾਡੇ, ਅਸੀਂ ਕਾਹਨੂੰ ਭੱਜਣਾ ਹੈ, ਵੀ ਲੈ ਜਾਓ। ਉਹ ਕਹਿੰਦੇ ਨਹੀਂ ਆਈ ਕਾਰਡ, ਕਈ ਵਾਰ ਹੁੰਦਾ ਮੁਲਾਜ਼ਮਾਂ ਨੂੰ। ਅਸੀਂ ਕਿਹਾ ਚਲੋ ਕਿਸੇ ਉਤਲੇ ਅਫਸਰ ਨੂੰ, ਜੇ ਤੁਸੀਂ ਵਿਜੀਲੈਂਸ ਵਾਲੇ ਆ, ਕਿਸੇ ਨਾਲ ਗੱਲ ਕਰਾ ਦਿਓ। ਉਹ ਆਪ ਗੱਲਾਂ ਜ਼ਰੂਰ ਟੈਲੀਫੋਨ ਤੇ ਕਰੀ ਗਏ ਆ, ਪਰ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਉਦੋਂ ਬਾਅਦ ਅਸੀਂ ਕਿਹਾ ਕੋਈ ਪਰਚਾ, ਕੋਈ ਤਾਂ ਅਰੈਸਟ ਵਾਰੰਟ ਕੁਛ ਹੋਏ, ਸਰ ਲੈ ਜਾਓ ਯਾਰ। ਉਹ ਕਹਿੰਦੇ ਜੀ ਉਹ ਤਾਂ ਅਸੀਂ ਭੁੱਲਿਆ, ਛੇਤੀ ਸਾਡੇ ਕੋਲ ਨਹੀਂ ਗਏ। ਅਸੀਂ ਕਿਹਾ ਮੰਗਾ ਲਓ। ਅੱਧਾ ਘੰਟਾ ਉਹ ਟੈਲੀਫੋਨਾਂ ਤੇ ਲੱਗੇ ਰਹੇ, ਕੋਈ ਨਹੀਂ ਲੈ ਕੇ ਆਇਆ। ਉਦੋਂ ਬਾਅਦ ਅਸੀਂ ਜਿਹੜਾ
ਦਿਖ ਰਹੇ ਆਏ ਪਹਿਲਾਂ ਤਾਂ ਸੋਫੇ ਤੇ ਬੈਠਾ ਜਿਹੜਾ ਉਹ ਕਹਿ ਰਿਹਾ ਮੈਨ ਹੈਂਡਲਿੰਗ ਵਾਲੀ ਗੱਲ, ਮੈਂ ਆਸ਼ੂ ਜੀ ਨੂੰ ਫੜ ਕੇ ਕਹਿ ਰਿਹਾ ਵੀ ਪਰੇ ਹੋ ਬਈ। ਉਹ ਬਾਅਦ ਜਿੱਥੇ ਪਤਾ ਲੱਗਿਆ ਆ ਕੇ ਡੀਐਸਪੀ ਸਾਹਿਬ ਨੇ ਦੋ, ਮੈਂ ਕਰਕੇ ਕਹਿ ਰਿਹਾ ਵੀ ਬੈਠੋ ਆਓ ਚੱਲੀਏ ਅਸੀਂ ਚੱਲਦੇ ਵਿਜੀਲੈਂਸ ਦਫ਼ਤਰ। ਉਹ ਕਹਿੰਦੇ ਨਾ ਗੱਡੀ 'ਚ ਨਹੀਂ, ਅਸੀਂ ਚੱਕ ਕੇ ਲੈ ਕੇ ਜਾਵਾਂਗੇ। ਵਿਦਆਊਟ ਵਾਰੰਟ ਵਿਦਆਊਟ ਡਾਕੂਮੈਂਟ ਵਜ੍ਹਾ ਕੀ ਮੰਨੀ ਜਾਵੇ ਫਿਰ ਲੈ ਕੇ ਜਾਣ ਦੀ? ਹੁਣ ਕਾਨੂੰਨ ਅੱਗੇ ਪ੍ਰਕਿਰਿਆ 'ਚ ਇਹ ਗੱਲਾਂ ਆਉਣਗੀਆਂ ਤੇ ਫਿਰ ਕੀ ਗੱਲ ਹੋਈ, ਅਸੀਂ ਉਹਨਾਂ ਨੂੰ ਆਪਣੀ ਗੱਡੀ 'ਚ, ਵਿਜੀਲੈਂਸ ਦੇ ਸਬ ਇੰਸਪੈਕਟਰ ਸੀ ਜਦੋਂ ਉਰੇ ਆ ਕੇ ਪਤਾ ਲੱਗਿਆ ਉਹ ਬਹਿ ਗਏ, ਆਸ਼ੂ ਤੇ ਮੈਂ ਬਹਿ ਕੇ ਅਸੀਂ ਆਪਣੇ ਐਸਐਸਪੀ ਆ ਗਏ ਦਫ਼ਤਰ। ਉਹ ਕਹਿੰਦੇ ਉਹਨਾਂ ਨੇ ਜਾਂਦੇ ਹੀ ਸਾਨੂੰ ਵਾਰੰਟ ਫੜਾ ਤੇ 16। ਅਸੀਂ ਕਿਹਾ ਜੀ ਬਸ ਗੱਲ ਠੀਕ ਆ, ਮੈਂ ਬਿਠਾਇਆ। ਉਹ ਕਹਿੰਦੇ ਆ ਮੈਂ ਕਿਹਾ ਬੈਠਿਆ, ਮੈਂ ਬਾਹਰ ਆ ਗਿਆ ਆਪਣਾ ਵੀ ਇਹ ਤੁਹਾਡੇ ਮੁਲਜ਼ਮ ਨੇ ਤੁਸੀਂ, ਅਸੀਂ ਤਾਂ ਇਹੀ ਚਾਹੁੰਦੇ ਹਾਂ ਉਦਾਂ ਦੇ। ਪਰ ਗੱਲ ਕੀ ਸੀ, ਉਹ ਕੀ ਪਲਾਨ ਸੀ, ਕਿਉਂਕਿ ਸਿਸੋਦੀਆ ਜੀ ਜਿਸ ਤਰੀਕੇ ਨਾਲ ਨੰਗੇ ਹੋਏ ਨੇ ਦਿੱਲੀ, ਕੱਪੜੇ ਉਤਰੇ ਆ, ਅਮਿਤ ਸ਼ਾਹ ਜੀ ਨੇ, ਈਡੀ ਨੇ, ਸੀਬੀਆਈ ਨੇ ਲਾਏ ਨੇ, ਉਹ ਹੋਰ ਤਾਂ ਕਿਤੇ ਜ਼ੋਰ ਚੱਲਦਾ ਨਹੀਂ। ਹੁਣ ਹਿਮਾਚਲ ਇਲੈਕਸ਼ਨ 'ਚ ਹੈਲੀਕਾਪਟਰ 'ਚ ਸਿਸੋਦੀਆ ਨੂੰ ਲੈ ਕੇ ਜਾਣਾ ਭਗਵੰਤ ਮਾਨ ਹੋਣਾ ਨੇ, ਕੇਜਰੀਵਾਲ ਸਾਹਿਬ ਨੂੰ ਲੈ ਕੇ ਜਾਣਾ ਉਹ ਪੀਲੇ ਨੀਲੇ ਹੈਲੀਕਾਪਟਰ 'ਚ। ਹੁਣ ਕੀ ਕਰਨ? ਤੇ ਬ੍ਰੇਕਅਪ ਟੈਲੀਵਿਜ਼ਨਾਂ ਤੇ ਚੱਲ ਪਈਆਂ ਵੀ ਸਿਸੋਦੀਆ ਜੀ ਇੰਨੇ 1000 ਕਰੋੜ ਦਾ ਘਾਟਾ, ਉਹਨੂੰ ਹਟਾਉਣਾ ਕਿਵੇਂ ਸੀ, ਲੁਕਾਉਣਾ ਕਿਵੇਂ ਸੀ, ਕਿਉਂਕਿ ਅੱਜ ਕੱਲ ਮੀਡੀਆ ਮੈਨੇਜਮੈਂਟ ਵਾਲੇ ਸਾਰੇ ਮਿਲ ਜਾਂਦੇ ਆ ਵੱਡੇ ਵੱਡੇ। ਉਹਨਾਂ ਨੇ ਕਿਹਾ ਵੀ ਭਾਈ ਜਦੋਂ ਉੱਥੇ ਇੱਕ ਮੰਤਰੀ ਚੱਕਦਾ ਇੱਥੇ ਐਕਸ ਚੱਕ ਲਓ। ਦਿੱਲੀ ਜਦੋਂ ਆਪਣਾ ਫੜਿਆ ਜਾਂਦਾ ਇਹ ਕਵਰ ਅਪ ਕਰਨ ਨੂੰ, ਕਿਉਂਕਿ ਹਿਮਾਚਲ ਨੇੜੇ ਆ, ਹਰਿਆਣੇ, ਇੱਥੇ ਪੰਜਾਬ 'ਚ ਇਹ ਕੰਮ ਹੋਰ ਤਾਂ ਆਪਾਂ ਬੀਜੇਪੀ ਨੂੰ ਤਾਂ ਹੱਥ ਪਾ ਨਹੀਂ ਸਕਦੇ। ਫਿਰ ਆਸ਼ੂ ਜੀ ਦਾ ਉਹ ਕਰਨਾ ਚਾਹੁੰਦੇ ਸੀ ਵੀ ਆਹ ਦੇਖੋ ਜੀ ਇਹਨਾਂ ਦੀ ਜੇਬ 'ਚੋਂ ਵੀਡੀਓਆਂ ਲਾਲ ਡੈਰੀ ਨਿਕਲੇ ਆਈ, ਇਧਰਲੇ ਪਾਸਿਓਂ ਇੰਨੇ ਲੱਖ ਨਿਕਲੇ ਆਏ, ਇੰਨੇ ਵਾਰ ਤੇਲੂ ਰਾਮ ਵਾਲਾ ਨਿਕਲਿਆ ਆ। ਇਹ ਚੀਜ਼ਾਂ ਉਹ ਕਰਨਾ ਚਾਹੁੰਦੇ ਸੀ। ਉਹ ਸਾਨੂੰ ਪਤਾ ਸੀ ਵੀ ਇਹ ਇਸ ਚੀਜ਼ ਦੇ ਮਾਲਕ ਨੇ, ਇੰਨੀ ਸੋਚ ਦੇ ਮਾਲਕ ਨੇ, ਬਦਲਾ ਨਹੀਂ ਬਦਲੇ ਦੇ ਮਾਲਕ ਨੇ। ਉਹ ਅਸੀਂ ਹੋਣ ਨਹੀਂ ਦਿੱਤਾ। ਹੁਣ ਇਸ ਗੱਲ ਦਾ ਗੁੱਸਾ ਏ, ਉਹ ਮੇਰੇ ਤੇ ਪਰਚਾ ਕਰ ਲੈਣ, ਜਿਹਦੇ ਮਰਜ਼ੀ ਕੱਢ ਲੈਣ, ਕਿਉਂਕਿ ਅਸੀਂ ਇਹਨਾਂ ਦਾ ਉਸ ਜਿਹੜਾ ਸਾਫ ਹੋਣ ਨਹੀਂ ਦਿੱਤਾ। ਅਸੀਂ ਆਪ ਸਰੈਂਡਰ ਹੋਏ ਆ ਲੋਕਾਂ 'ਚ। ਦੇਖੋ ਇੱਕ ਬੰਦੇ ਦਾ ਮੈਸੇਜ ਹੁੰਦਾ ਏ ਵੀ ਇਹ, ਉਹ ਕਹਿੰਦਾ ਮੈਂ ਇਹ ਨਹੀਂ ਕਹਾਉਣਾ ਵੀ ਮੈਂ ਭਗਾਉਣਾ ਏ। ਕੱਲ ਰਾਤ ਮੈਡੀਕਲ ਲਈ ਵੀ ਉਹਨਾਂ ਦਾ ਅਸਥਮੈਟਿਕ ਨੇ, ਇਨਹੇਲਰ ਲੈਣਾ ਪੈਂਦਾ, ਤੇ ਵਿਜੀਲੈਂਸ ਨੇ ਵੀ ਕਿਹਾ, ਉਹ ਕਹਿੰਦੇ ਨਾ ਇਹ ਨਹੀਂ ਵੀ ਬੈੱਡ ਤੇ ਜਾ ਕੇ ਪੈ ਗਿਆ। ਮੈਂ ਬਾਅਦ 'ਚ ਇਹ ਗੱਲਾਂ ਚੱਲਣ ਮੀਡੀਆ 'ਚ ਵੀ ਭਾਈ ਹਸਪੀਟਲ 'ਚ ਦਾਖਲ ਹੋ ਗਿਆ ਜਾ ਕੇ, ਆਹ ਹੋ ਗਿਆ। ਉਹ ਕਹਿੰਦੇ ਕਿਤੇ ਨਹੀਂ, ਵੀ ਆਹ ਪਿਆ ਏ, ਆਹ ਬੈਠਾ ਏ, ਆਹ ਮੇਰੀ ਦਵਾਈ ਆ ਮੰਗਾ ਦਿਓ, ਮੈਂ ਇਹਦੇ ਨਾਲ ਹੋਰ ਅੱਧੇ ਘੰਟੇ 'ਚ ਅਸਥਮੈਟਿਕ ਠੀਕ ਹੋ ਜੂ। ਪਰ ਗੱਲ ਇਹ ਆ ਵੀ ਭਗਵੰਤ ਮਾਨ ਸਾਹਿਬ, ਗੱਲਾਂ ਤਾਂ ਬਹੁਤ ਵੱਡੀਆਂ ਨੇ ਤੁਹਾਡੇ ਮੂਹਰੇ, ਉਹਨਾਂ ਨੂੰ ਹੱਲ ਕਰਨਾ। ਇਹ ਫਾਈਲਾਂ ਤੁਸੀਂ ਚੰਗਾ ਹੁੰਦਾ, ਵੱਡੀਆਂ ਫਾਈਲਾਂ ਉੱਥੇ ਲਿਆਂਦੀ ਹੁੰਦੀ ਗਲਤ, ਜਿਹਦਾ ਐਕਸਚੇਕਰ ਨੂੰ ਨੁਕਸਾਨ ਹੁੰਦਾ, ਕੋਈ ਵੀ ਪਾਲਿਸੀ ਚੇਂਜ ਕੀਤੀ ਹੁੰਦੀ ਜਿਹਦੇ ਨਾਲ ਸਰਕਾਰ ਨੂੰ ਘਾਟਾ ਪਿਆ। ਇਹ ਟਰੱਕਾਂ ਦੇ ਨੰਬਰ, ਟੈਂਪੂਆਂ ਦੇ ਨੰਬਰ ਲੱਭ ਇਹ ਕੋਈ ਮਤਲਬ ਸਵਾਦ ਵਾਲੀ ਗੱਲ ਨਹੀਂ। ਐਵੇਂ ਮਤਲਬ ਹੁਣ ਕਹਿਣਾ ਤਾਂ ਕੀ ਕਹਿਣਾ ਇਸ ਗੱਲ। ਕਹਿੰਦੇ ਕਿ ਪਹਿਲਾਂ ਧਰਮਸੋਤ ਦੇ ਉੱਪਰ ਕਾਰਵਾਈ ਹੋਈ ਔਰ ਉਸ ਤੋਂ ਬਾਅਦ ਗਿਲਜੀਆਂ ਹੁਣਾਂ ਨੂੰ ਲੈ ਕੇ ਐਕਸ਼ਨ ਹੋਇਆ, ਫਿਰ ਉਸ ਤੋਂ ਬਾਅਦ ਉਹਨਾਂ ਦਾ ਭਤੀਜਾ ਜਿਹੜਾ ਅੰਦਰ ਹੈ। ਸਭ ਤੋਂ ਪਹਿਲੀ ਕਾਰਵਾਈ ਹੋਈ ਇਹਨਾਂ ਦੇ ਮੰਤਰੀ ਤੇ, ਇਹਨਾਂ ਦੇ ਸਿੰਗਲਾ ਸਾਹਿਬ ਤੇ। ਉਸ ਤੋਂ ਬਾਅਦ ਦੀ ਗੱਲ ਕਰ ਰਹੇ ਉਹ ਕੋਰਟ 'ਚ ਜਦੋਂ ਗਏ, ਉਹਨਾਂ ਦੇ ਕਢਾ ਕੇ ਦੇਖ ਲਓ ਜੱਜਮੈਂਟ, ਉੱਥੇ ਵਕੀਲ ਕਹਿ ਗਿਆ ਵੀ ਸਾਡੇ ਕੋਲ ਇਹਦੇ ਖਿਲਾਫ ਕੁਝ ਨਹੀਂ। ਉਹ ਪਾਕ ਸਾਫ਼, ਉਹ ਸਟੰਟ ਸੀ ਇੱਕ, ਮੈਂ ਜਿਵੇਂ ਦੱਸਿਆ ਹਿਮਾਚਲ ਇਲੈਕਸ਼ਨ ਦਾ ਸਟੰਟ ਆ, ਇਹ ਸਟੰਟ ਸੰਗਰੂਰ ਇਲੈਕਸ਼ਨ ਦਾ ਸੀਗਾ। ਕੀ ਹੋਇਆ ਉਸ ਵੇਲੇ, ਨਿਕਲਿਆ ਕੀ? ਅੱਜ ਉਹੀ ਮੰਤਰੀ ਫੇਰ ਭੰਗੜੇ ਪਾ ਰਹੇ ਨੇ, ਨਾ ਐਕਸ ਮਿਨਿਸਟਰ ਪਾ ਰਹੇ ਆ। ਉਦੋਂ ਮਜੀਠੀਆ ਸਾਹਿਬ ਜਿਹਨੂੰ SIT, STF, ਸੁਪਰੀਮ ਕੋਰਟ, ਹਾਈ ਕੋਰਟ ਸਾਹਮਣੇ ਬਿੱਲਾਂ ਰਿਜੈਕਟ ਕਰਕੇ ਉਦੋਂ ਬਾਅਦ ਉਹ ਸਰੈਂਡਰ ਹੋਏ ਕੋ, ਤੇ ਜਨਾਬ 4 ਮਹੀਨੇ ਬਾਅਦ ਬਾਹਰ ਆ ਗਏ। ਤੇ ਕੋਈ ਐਸੇ ਆਰਡਰ ਪਾਸ ਕੀਤੇ ਆ ਜੱਜ ਸਾਹਿਬਾਨਾਂ ਨੇ ਵੀ ਇੱਕ ਸਬੂਤ ਵੀ, 4 ਮਹੀਨੇ ਅਸੀਂ ਮੰਗ ਥੱਕ ਗਏ, ਇਹਨਾਂ ਚੋਂ ਇੱਕ ਸਬੂਤ ਸਰਕਾਰ ਨੇ ਨਹੀਂ ਦਿੱਤਾ। ਫਿਰ 75-25 ਕੌਣ ਆ? ਇਹ ਗੱਲ ਦੱਸੋਗੇ? ਇਹ ਗੱਲ ਅੱਜ ਮੈਂ ਤੁਹਾਨੂੰ ਕਹਿ ਦਿੰਦਾ। ਹੁਣ ਮਜੀਠੀਆ ਸਾਹਿਬ ਇਹ ਚੋਂ ਨਿਕਲ ਗਏ। ਜਿਵੇਂ ਪਹਿਲਾਂ ਮਾਫੀ, ਗੱਲ ਤਾਂ ਉਦੋਂ ਹੀ ਸਮਝ ਆ ਗਈ ਸੀ ਜਦੋਂ ਮਾਫੀ ਮੰਗੀ ਸੀ ਕੇਜਰੀਵਾਲ ਨੇ, ਤੇ ਇਸੇ ਤਰੀਕੇ ਨਾਲ ਇਹਨਾਂ ਨੂੰ ਮਜੀਠੀਆ ਸਾਹਿਬ ਨੂੰ ਛੱਡਤਾ। ਉਹ ਗੱਲਾਂ ਲੁਕਾਉਣ ਲਈ ਰੋਜ਼ ਸੰਡੇ ਨੂੰ, ਰੋਜ਼ ਐਤਵਾਰ ਨੂੰ ਮੂਸੇ ਵਾਲੇ ਦੇ ਫਾਦਰ ਪੱਗ ਲਾ ਕੇ ਇਨਸਾਫ ਮੰਗਦੇ ਆ ਵੀ ਦੱਸੋ ਮੇਰੇ ਪੁੱਤ ਦੀ ਸਿਕਿਉਰਿਟੀ ਕਿਹਦੇ ਹੁਕਮਾਂ ਤੇ ਘਟਾਈ, ਕਿਵੇਂ ਤੁਹਾਡੇ ਪੇਜਾਂ ਤੇ ਉਹ ਗੱਲ ਚੜੀ ਸਿਕਿਉਰਿਟੀ ਤੇ, ਉਹਨੂੰ 6 ਬੰਦੇ ਚੜ ਕੇ 100 ਗੋਲੀਆਂ ਤੋਂ ਵੱਧ ਮਾਰ ਗਏ। ਉਹ ਦੱਸੋ, ਉਹ ਦੱਸਾਂ ਕਵਰ ਕਿਵੇਂ ਕਰਨਾ, ਹੁਣ ਮੀਡੀਆ 'ਚ ਕਿਵੇਂ ਦਿਖਾਉਣਾ? ਇਹ ਮੰਤਰੀ ਫੜ ਕੇ, MLA ਫੜ ਕੇ, ਸਾਡੇ ਆਰਿਆਂ ਨੂੰ ਖਬਰ ਚਲਾ ਕੇ ਵੀ ਲੈ ਵੀ ਇਹ ਤੇ ਕੇਸ ਦਰਜ। ਅੱਜ ਇਹ ਕੋਰਟ 'ਚ ਜਾ ਰਿਹਾ। ਉਹ ਬ੍ਰੇਕਿੰਗ ਜਿਹੜੀ ਹੈ ਨਾ, ਉਹ ਬ੍ਰੇਕਿੰਗ ਦਾ ਰੌਲਾ ਏ। ਉਹ ਬ੍ਰੇਕਿੰਗ ਕਿੰਨੇ ਦਿਨ ਦੇ, ਇਹ ਆਪ ਬ੍ਰੇਕ ਹੋ ਜਾਓਗੇ। ਬ੍ਰੇਕਾਂ ਦੇਖਦੇ ਇਹ ਸਾਰੀਆਂ ਬਹੁਤ ਕੁਝ ਅਸੀਂ ਦੇਖਿਆ ਹੋਇਆ। ਕਾਂਗਰਸ ਪਾਰਟੀ, ਇਹਨੂੰ ਤੁਸੀਂ ਸਾਨੂੰ ਅੱਜ ਹੱਸ ਲਓ, ਮਜ਼ਾਕ ਉਡਾ ਲਓ, ਕਰ ਲਓ, ਇਹ ਸੱਤਾ ਤਾਂ ਲੋਕਾਂ ਨੇ ਦਿੱਤੀ ਹੁੰਦੀ ਆ।
ਭਗਵੰਤ ਮਾਨ ਹੁਣਾਂ ਦਾ ਅੱਜ ਬਿਆਨ ਆਇਆ, ਉਹ ਕਹਿੰਦੇ ਕਿ ਕੱਲ ਚੰਡੀਗੜ੍ਹ ਆ ਕੇ ਕਹਿ ਰਹੇ ਸੀਗੇ ਕਿ ਫੜ ਲਓ ਕਹਿੰਦੇ ਹੁਣ ਫੜ ਲਿਆ ਜਦੋਂ ਤਾਂ ਫਿਰ ਹੁਣ ਕਹਿੰਦੇ ਕਿ ਰੌਲਾ ਪਈ ਜਾ ਰਿਹਾ। ਤੁਸੀਂ ਤਾਂ ਮੁੱਖ ਮੰਤਰੀ ਹੋ, 3 ਕਰੋੜ ਲੋਕਾਂ ਨੇ ਚੁਣਿਆ ਭਾਈ, ਤੁਹਾਡਾ ਕੀ ਮੁਕਾਬਲਾ ਹੈ? ਤੁਸੀਂ ਤਾਂ ਰਾਜੇ ਹੋ, ਮਹਾਰਾਜੇ ਹੋ, ਜਿਹਨੂੰ ਮਰਜ਼ੀ ਚੱਕ ਸਕਦੇ ਹੋ। ਤੁਹਾਡੇ ਮੂਹਰੇ ਕੀ, ਤੁਹਾਨੂੰ ਅਸੀਂ ਕੀ ਕਹਿ ਸਕਦੇ ਹੋ? ਤੁਹਾਨੂੰ ਤਾਂ ਲੋਕਾਂ ਨੇ ਉਸ ਕੁਰਸੀ ਤੇ ਬਿਠਾਇਆ, ਚੱਕੋ, ਬਹੁਤ ਵਧੀਆ ਕੰਮ ਕਰ ਰਹੇ ਹੋ, ਘਰਾਂ ਚੋਂ ਚੱਕੋ ਲੋਕਾਂ ਨੂੰ। ਲੋਕਾਂ ਦੇ ਇਹ ਨਾ ਦੇਖਿਓ ਵੀ ਕਿਹਦੇ ਬੱਚੇ ਕਿਡਨੈਪ ਹੋ ਰਹੇ ਆ, ਇਹ ਨਾ ਦੇਖਿਓ ਕਿਹਦੇ IID ਲੱਗ ਰਹੀਆਂ, ਕਿਹਦੇ ਪੁੱਤ ਮਰ ਰਹੇ ਆ, ਕਿਹੜੇ ਗੈਂਗਸਟਰ ਮਰ ਰਹੇ ਆ, ਕਿਹੜੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਦੇਣਾ, ਉਹ ਨਾ ਸੋਚਿਓ, ਇਹ ਨਾ ਸੋਚਿਓ। ਇਹ ਦੇਖਿਓ ਵੀ ਚੱਕਣਾ ਕਿਹਨੂੰ ਆ, ਸਿੱਟਣਾ ਕਿਹਨੂੰ ਆ। ਇਹ ਗੱਲਾਂ ਚੰਗੀਆਂ ਨਹੀਂ, ਤੁਹਾਨੂੰ ਇਸ ਕਰਕੇ ਨਹੀਂ ਬਣਾਇਆ ਸੀ, ਤੁਹਾਨੂੰ ਕੋਈ ਨਵੀਂ ਚੇਂਜ ਲਿਆਉਣ ਨੂੰ ਬਣਾਇਆ ਸੀ। ਤੁਸੀਂ, ਮੈਂ ਕਹਿੰਦਾ, ਫਾਈਲਾਂ ਫਰੋਲੋ, ਫੜੋ, ਕੇਸ ਲੜੋ, ਕੋਰਟ 'ਚ ਸਾਬਤ ਕਰੋ, ਜੇਲ੍ਹਾਂ 'ਚ ਸਿੱਟੋ ਕਾਂਗਰਸ ਦੇ ਮੰਤਰੀ MLA ਜਿਹਨੇ ਵੀ ਕੀਤਾ ਹੈ। ਕੋਈ ਕੋਰਟ ਲਾਅ ਕਾਨੂੰਨ ਤੋਂ ਉੱਤੇ ਕੋਈ ਨਹੀਂ। ਆਹ ਕੀ ਕੰਮ ਕਰਦੇ ਹੋ ਵੀ ਤੁਹਾਡੇ ਕੋਲ ਸੱਤਾ, ਮੁੱਖ ਮੰਤਰੀ ਦੇ ਨਸ਼ੇ 'ਚ ਤੁਸੀਂ ਚੱਕਣ ਭੇਜਦੇ ਹੋ? ਕਹਿੰਦੇ ਅਸੀਂ ਤਾਂ ਕੱਟਰ ਇਮਾਨਦਾਰ ਹਾਂ, ਸਿਸੋਦੀਆ ਦਾ ਵੀ ਜ਼ਿਕਰ ਕੀਤਾ, ਕਹਿੰਦੇ ਸਾਰੇ ਕੱਟਰ ਇਮਾਨਦਾਰ ਹੈ, ਪਰ ਜਿਹੜੇ ਭ੍ਰਸ਼ਟ ਸੀ ਉਹਨਾਂ ਤੇ ਕਾਰਵਾਈ। ਉਹ ਤਾਂ ਪਤਾ ਹੀ ਲੱਗ ਗਿਆ ਜਿਹੜਾ ਨੰਗਾ ਹੋਏ ਆ। ਹਜੇ ਤਾਂ 12 ਘੰਟੇ ਦੀ ਸਰਚ 'ਚੋਂ 1 ਕਰੋੜ ਹੀ ਲੱਭਿਆ, 1000 ਕਰੋੜ ਹੀ ਲੱਭਿਆ। ਤੇ ਅਗਲੀ ਜਿੱਦਣ ਉਹੀ ਠੇਕੇਦਾਰ ਜਿਹੜੇ ਪੰਜਾਬ 'ਚ ਟੈਂਡਰ ਦਿੱਤੇ ਆ ਨਾ ਐਕਸਾਈਜ਼ 'ਚ, CBI ਨੂੰ ਅਸੀਂ ਗਵਰਨਰ ਸਾਹਿਬ ਨੂੰ ਇਹੀ ਕਹਿਣ ਗਏ ਸੀ, ਤਾਂ ਹੀ ਇਹ ਕੀਤਾ ਕੰਮ। ਜਿੱਦਣ ਇਹ ਇਨਕੁਆਇਰੀ ਜੁਆਇਨ ਹੋ ਗਈ CBI ਦੀ, ਵੀ ਉਹੀ ਠੇਕੇਦਾਰ ਜਿਨ੍ਹਾਂ ਨੇ ਪੰਜਾਬ ਦੀ ਇਲੈਕਸ਼ਨ 'ਚ 1000 ਕਰੋੜ ਲਾਇਆ ਪਾਲਿਸੀ ਖਰਾਬ ਕਰਕੇ, ਉਹੀ ਤੁਸੀਂ ਪਾਲਿਸੀ ਹੁਣ ਲਿਆਂਦੀ, ਉਹੀ ਠੇਕੇਦਾਰ ਤੁਸੀਂ ਲਿਆਂਦੇ ਆ ਵੀ ਇੱਥੋਂ 2000 ਕਰੋੜ ਕੱਢ ਕੇ ਹਿਮਾਚਲ ਤੇ ਗੁਜਰਾਤ ਲਾਈਏ। ਜਿੱਦਣ ਉਹ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, ਫਿਰ ਤੁਹਾਨੂੰ ਵੀ ਚੱਕਣ ਲੱਗੇ ਮਿੰਟ ਨਹੀਂ ਲੱਗਣਾ, ਜਿਹਨੇ ਪਿਓਾਂ ਨੇ ਚੱਕ ਲੈਣਾ। ਫਿਰ ਸੋ MP ਰਵਨੀਤ ਸਿੰਘ ਬਿੱਟੂ ਸਾਡੇ ਨਾਲ ਸਨ। ਰਵਨੀਤ ਸਿੰਘ ਬਿੱਟੂ ਕਹਿੰਦੇ ਕਿ ਮੈਂ ਕੋਈ ਆਪਣਾ ਵਰਕਰ ਨਹੀਂ ਚੁੱਕਣ ਦੇਣਾ, ਇਹ ਗੱਲ ਉਹਨਾਂ ਨੇ ਕਹੀ ਹੈ ਸਾਫ਼ ਤੌਰ ਤੇ। ਰਵਨੀਤ ਸਿੰਘ ਬਿੱਟੂ ਵਰ ਰਹੇ ਨੇ ਪੰਜਾਬ ਸਰਕਾਰ ਦੇ ਉੱਪਰ, ਕਹਿੰਦੇ ਕਿ ਕਹਿ ਰਹੇ ਸੀਗੇ ਜਿਸ ਤਰੀਕੇ ਨਾਲ, ਕਹਿੰਦੇ ਅਸੀਂ ਤਾਂ ਆਪ ਹੀ ਸਰੈਂਡਰ ਕਰਨ ਵਾਸਤੇ ਜਾ ਰਹੇ ਸੀ, ਪਰ ਮਾਹੌਲ ਬਣਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ, ਕਿਉਂਕਿ ਸੈਲੂਨ ਚੋਂ ਗ੍ਰਿਫਤਾਰ ਕਰਨ ਵਾਸਤੇ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਪਹੁੰਚੇ ਸੀ। ਔਰ ਇਸ ਚੀਜ਼ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕਿਹਾ ਕਿ ਵਰਕਰਾਂ ਦੇ ਨਾਲ ਖੜੇ ਰਹਿਣਗੇ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਬਦਨਾਮ ਕੀਤਾ ਜਾ ਰਿਹਾ ਕਾਂਗਰਸ ਨੂੰ, ਔਰ ਜਿਸ ਤਰੀਕੇ ਨਾਲ ਠੇਕੇਦਾਰਾਂ ਨੇ ਬਿਆਨ ਦਿੱਤਾ ਔਰ ਉਸ ਦੇ ਬਿਹਾਫ ਤੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਹੈ, ਘੱਟੋ ਘੱਟ ਪੁੱਛਗਿੱਛ ਹੋਣੀ ਚਾਹੀਦੀ ਸੀ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦੇ ਨਾਲ ਖੜੇ ਰਹਿਣਗੇ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਲੁਧਿਆਣਾ।